ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਏ ਅਨੇਕ ਭਗਤ, ਜਿਨ੍ਹਾਂ ਦੇ ਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਚੂੰਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ। ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿਦਿਆ ਆਪਣੇ ਸੰਸਕਾਰ, ਚੂੰਕਿ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪ ਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਚੂੰਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮर्रा ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਢਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ, ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਹੈ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦ ਕਿ ਪੰਢਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਾ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿਠਲ ਦੇ ਮੰਦਰ ਦੇ ਵਿੱਚ ਗੀਤ ਗੋਬਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ, ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਦੇ ਵਿੱਚ ਸਿਰਫ 2 ਦਿਨ ਰਹਿ ਗਏ। ਗੀਤ ਗੋਬਿੰਦ ਦੇ ਵੀ ਸਿਰਫ 2 ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਦੇ ਚੋਂ ਕੋਈ ਗੀਤ ਦੀ ਲਾਈਨ ਨਾ ਆਈ ਤੇ ਕਲਮ ਲਿਖਣ ਦੇ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪਾਉਣੀ ਦੇ ਵਿੱਚ ਇੰਜ ਕਲਮਬੰਦ ਕਰਦੇ ਨੇ। ਪ੍ਰੇਮ ਭਗਤ ਜੈਦੇਵ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਤ ਵਖਾਣ ਦਾ, ਅੰਤਰ ਜਾਮੀ ਠਾਕੁਰ ਭਾਵੇ। ਪਰ ਅੱਖੜ ਇੱਕ ਨਾ ਆਵੜੋ, ਬਨ ਪੁਸਤਕ ਸੰਧਿਆ ਕਰ ਆਵੇ। ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮर्रा ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਬਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮर्रा ਦੇ ਕਰਮ ਵਿੱਚ ਮਸ਼ਗੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ। ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ, ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਬਿੰਦ ਦੇ ਵਿੱਚ ਸਿਰਫ 1-2 ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਦੇ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਦੇ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ। ਨਿਰਾਸ਼ ਹੋ ਕੇ ਜਦ ਘਰ ਲੌਟੇ ਤਾਂ ਆਪਨੀ ਪਤੀਵਰਤਾ ਸੁਪਤਨੀ
ਪਦਮਾਵਤੀ ਨੇ ਪੁੱਛਿਆ, ਕਾਰਨ? ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਦੇ 'ਚ ਪਤਨੀ ਵੀ ਸ਼ਾਮਲ ਹੋਈ। ਔਰ ਇਹ ਹਕੀਕਤ ਹੈ, ਜਦ ਕੋਈ ਮਹਾਨ ਦਾਰਸ਼ਨਿਕ, ਮਹਾਨ ਕਵੀ ਕਿਸੇ ਉਲਝਣ ਦੇ 'ਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਆਉਂਦਾ, ਜਾਂ ਉਸਦੇ ਦਿਮਾਗ ਦੇ 'ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ, ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ, ਦਰਦ ਉਸਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ, ਇਹ ਉਹ ਕਵੀ ਹੀ ਜਾਣਦਾ ਹੈ, ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ। ਤੋ ਕਾਫੀ ਦੁਖੀ ਤੇ ਚਿੰਤਾਤਰ ਮਨ ਨਾਲ ਰਾਤ ਨੂੰ ਸੌਂ ਗਏ। ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮर्रा ਦੇ ਕਰਮ ਦੇ ਮੁਤਾਬਕ ਗ੍ਰੰਥ ਚੁੱਕਿਆ, ਪਰ ਪਤਨੀ ਨੇ ਆਖਿਆ, ਨਹੀਂ, ਤੁਸੀਂ ਪਹਿਲੇ ਜਾਓ ਨਦੀ ਤਟ ਤੇ ਇਸ਼ਨਾਨ ਕਰੋ, ਰੋਜ਼ਮर्रा ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ, ਪ੍ਰਭੂ ਭਗਤੀ ਕਰੋ, ਨਿਤਨੇਮ ਕਰੋ, ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ। ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ, ਆਪ ਰਹਿਮਤ ਕਰਨਗੇ। ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ ਸ਼੍ਰੀ ਜੈਦੇਵ ਨਦੀ ਤਟ ਦੀ ਤਰਫ ਜਾ ਰਹੇ ਨੇ, ਸੋਚਦੇ ਹੋਇਆ ਕਿ ਕੋਈ ਲਾਈਨ, ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ, ਪਰ ਕੁਛ ਉਭਰਦੀ ਦਿਖਾਈ ਨਹੀਂ ਦਿੰਦੀ। ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ, ਜਿਹਦੇ 'ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ, ਸਿਆਰਾ ਵੀ ਨਹੀਂ। ਕਹਿੰਦੇ ਨੇ ਇਧਰ ਜੈਦੇਵ ਰੁਖਸਤ ਹੋਏ ਨਦੀ ਤਟ ਦੀ ਤਰਫ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ। ਜੈਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਵਿੰਦ ਦੀਆਂ 2 ਪੰਕਤੀਆਂ ਲਿਖ ਦਿੱਤੀਆਂ, ਸੁਨਹਿਰੀ ਸਿਆਹੀ ਦੇ 'ਚ ਲਿਖੀਆਂ, ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ 'ਚ ਲਿਖਿਆ। ਲਿਖਦੇ ਹੋਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ, ਰਸਤੇ 'ਚ ਹੀ ਵਾਪਸ ਆ ਗਏ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਜੈਦੇਵ ਜੋ ਵਾਸਤਵਿਕ ਗੁਣ ਨਿਧਾਨ ਪ੍ਰਭੂ ਆਪ ਸਨ, ਕਹਿਣ ਲੱਗੇ, ਪੰਕਤੀ ਫੁਰ ਗਈ ਸੀ, ਲਿਖਣ ਲਈ ਵਾਪਸ ਆ ਗਿਆ। ਗ੍ਰੰਥ ਸੰਪੂਰਨ ਹੋ ਗਿਆ, ਗ੍ਰੰਥ ਮੁਕੰਮਲ ਹੋ ਗਿਆ। ਗੀਤ ਗੋਵਿੰਦ ਸੰਪੂਰਨ ਕਰਕੇ ਅਲੋਪ ਹੋ ਗਈ ਇਹ ਅਗੰਮੀ ਸ਼ਕਤੀ। ਪਦਮਾਵਤੀ ਭੋਜਨ ਬਣਾਉਣ ਦੇ ਚਲੀਨ। ਇਤਨੀ ਦੇਰ ਦੇ 'ਚ ਸ਼੍ਰੀ ਜੈਦੇਵ ਜੀ ਮਹਾਰਾਜ ਨਦੀ ਤਟ ਤੋਂ ਇਸ਼ਨਾਨ ਕਰਕੇ ਵਾਪਸ ਆਏ। ਗੋਬਿੰਦ ਗੋਬਿੰਦ ਦੀ ਧੁਨ ਗੀਤ ਅਲਾਪਦੇ ਆ। ਘਰ ਦੇ 'ਚ ਪ੍ਰਵੇਸ਼ ਹੁੰਦਿਆਂ ਕੀ ਦੇਖਦੇ ਨੇ, ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ, ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ, ਪਰ ਤੂੰ ਵੀ ਭੁੱਲ ਗਈ। ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਆਉਂਦੀ ਸੀ, ਅੱਜ ਕੀ ਹੋ ਗਈ, ਬਹੁਤ ਭੁੱਖ ਲੱਗੀ। ਕਹਿਣ ਲੱਗੇ, ਨਹੀਂ, ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ, ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ 'ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ, ਪਰ ਹੁਣ ਖੁਸ਼ੀ ਇਤਨੀ ਪ੍ਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ। ਜੈਦੇਵ ਸੁਣ ਕੇ ਦੰਗ ਰਹਿ ਗਿਆ, ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹੈ? ਹਾਂ, ਸੰਪੂਰਨ ਹੋ ਗਿਆ, ਤੁਸੀਂ ਖੁਦ ਤੇ ਕਿਹਾ। ਔਰ ਉਹ 2 ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ, ਮੈਂ ਖੁਦ ਵੇਖੀਆਂ ਨੇ। ਭੱਜੇ ਹੋਏ ਜੈਦੇਵ ਗਏ, ਗ੍ਰੰਥ ਨੂੰ ਖੋਲਦੇ ਨੇ, ਵਾਕਈ ਗ੍ਰੰਥ ਸੰਪੂਰਨ 2 ਪੰਕਤੀਆਂ ਸੁਨਹਿਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ। ਅੱਖਰ ਪਰ ਪ੍ਰਤੀਤ ਕਰ, ਹੋਏ ਵਿਸਮਾਦ ਨਾ ਅੰਗ ਸਮਾਵੇ। ਜੈਸੇ ਉਸ ਪੰਕਤੀ ਨੂੰ ਪੜ੍ਹਦੇ ਨੇ, ਵਿਸਮਾਦ ਘਰ ਦੇ ਚਲੇ ਗਏ।
ਅਰਚਜਤਾ ਤੇ ਰਹਿਸ ਦੇ ਚ ਲੀਨ ਹੋ ਗਏ। ਇੱਕਦਮ ਆਪ ਤੇ ਸਰੂਰ ਤਾਰੀ ਹੋਇਆ। ਅਰਦਾਸ ਕੀਤੀ, ਹੇ ਤ੍ਰਿਭੁਵਨ ਧਨੀ, ਹੇ ਪਰਿਪੂਰਨ ਪਰਮਾਤਮਾ, ਤੂੰ ਮੇਰੇ ਦਿਮਾਗ ਦੇ ਚ ਹੀ ਥੋੜੀ ਸ਼ਕਤੀ ਪਾ ਦੇਂਦਾ, ਇਹ ਮੈਂ ਆਪ ਲਿਖ ਲੈਂਦਾ। ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਨੇ ਅਲਹਾਮ ਹੋਇਆ, ਆਕਾਸ਼ਬਾਣੀ ਹੋਈ, ਅੰਤਰਾਤਮਾ ਬੋਲੀ, ਜੈਦੇਵ ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਦੇ ਵਿੱਚ ਇਹ ਕਮੀ ਪਾਈ, ਖੁਦ ਲਿਖੀਆਂ, ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ, ਇਸ ਦਾ ਕਰਤਾ ਮੈਂ ਹਾਂ। ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ, ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ। ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਤੇ ਮੇਰੇ ਵਿੱਚ ਕੋਈ ਵਿੱਥ ਹੋਵੇ। ਬਾਰ-ਬਾਰ ਧੰਨਵਾਦ ਦੇ ਨਾਲ ਭਰੇ ਜੈਦੇਵ ਅਸ਼ਕਬਾਰ ਹੋ, ਬਾਰ-ਬਾਰ ਸਜਦੇ ਚ ਛੋਏ, ਹੇ ਪ੍ਰਭੂ ਲੱਖ ਲੱਖ ਤੇਰਾ ਸ਼ੁਕਰ, ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ हे ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਦੇ ਵਿੱਚ ਤੂੰ ਹੀ ਕੰਮ ਕਰ ਰਿਹਾ ਹੈ, ਤੂੰ ਹੀ ਵਸਿਆ, ਤੂੰ ਹੀ ਰਮਿਆ ਹੈ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮਕ ਗ੍ਰੰਥ ਭਗਤਾਂ ਦੀ ਦੁਨੀਆ 'ਚ ਬਹੁਤ ਹੀ ਪ੍ਰਸਿੱਧ ਹੈ, ਔਰ ਇਹਨੂੰ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਝ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਇਹਨਾਂ ਗੀਤਾਂ ਦੇ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਝ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਦਾ ਇੱਕ ਸੰਸਕ੍ਰਿਤ ਦੇ ਵਿੱਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਹੇ ਮਨ, ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ, ਰਾਮ ਕੈਸਾ ਹੈ, ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ, ਕਿਸ ਰਾਮ ਦਾ ਚਿੰਤਨ ਕਰੀਏ, ਕਿਸ ਰਾਮ ਦੇ ਸੁਰਤ ਲੀਨ ਕਰੀਏ, तो उस राम दी आप तशरीह करते ने, उस राम दी आप व्याख्या करते ने। इस पदे दे परमाद पुरख मनोपिमं सत्याद भाव रतन पर मदभुतन पर कृत परन जद चिंत सर्वगतन। परमाद जो परम आद है, अनादि है, जिसदा मूल नहीं लभ्या जा सकता और जो सब दा मूल है, जिहदी बुनियाद दा कोई पता नहीं, जो सब दी बुनियाद है, जो सब दी जड़ है, जो सब दा आधार है। ऐसा जिहड़ा ब्रह्म है वो अनादि है। परमाद पुरख वो फिर पूरे होया है। पुरख तो मुराद पुरी पुरी बसंता सा पुरखा, जो पुरियां पुरियां दे च रमिया होया है, व्यापक है, वो पुरख है। परमाद पुरख मनोपिमं, मनो उपमा तो रहत है। दरअसल मन अपने अनुभव दे पूर्ण तौर ते परमात्मा नूं नहीं लिया सकता। मन पूर्ण तौर ते जिसनूं सोच नहीं सकता, मन जिसदी पूर्ण तौर ते कल्पना नहीं कर सकता, ते जिसदी मन ही कल्पना नहीं कर सकता, उहनूं ज़बान नाल कथन करना ते बहुत औखा। ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਜ਼ ਬੜੀ ਬੁਲੰਦ ਹੈ, ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ
ਚਾਹੇ ਕਲਪਨਾ ਦੀ ਪ੍ਰਵਾਜ਼ ਕਿਤਨੀ ਉੱਚੀ ਕਿਉਂ ਨਾ ਹੋਵੇ, ਕਿਤਨੀ ਦੂਰ ਦੀ ਕਿਉਂ ਨਾ ਹੋਵੇ, ਕਿਤਨੀ ਗਹਿਰੀ ਕਿਉਂ ਨਾ ਹੋਵੇ, ਫਿਰ ਵੀ ਪ੍ਰਮਾਤਮਾ ਮੇਰੀ ਕਲਪਨਾ ਦੇ 'ਚ ਨਹੀਂ ਆਉਂਦਾ। ਉਹ ਕਿਸੇ ਦੀ ਕਲਪਨਾ ਦੇ 'ਚ ਨਹੀਂ ਆਉਂਦਾ। ਮਨ ਦੀ ਸੋਚ ਤੋਂ ਪਰੇ, ਮਨ ਦੇ ਵਿਚਾਰ ਤੋਂ ਪਰੇ। ਇਸ ਵਾਸਤੇ ਆਪ ਕਹਿੰਦੇ ਨੇ ਮਨੋਪਿਮੰ ਮਨੋ ਉਪਮਾ ਤੋਂ ਰਹਿਤ ਹੈ। ਪਰਮਾਦ ਪੁਰਖ ਮਨੋਪਿਮੰ ਸਤ ਆਦਿ ਭਾਵ ਰਤਨ। ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੋਇਆ ਹੈ। ਉਹ ਸਤ ਹੈ, ਉਹ ਚਿਤ ਪ੍ਰਕਾਸ਼ਮਈ ਹੈ, ਔਰ ਉਹ ਆਨੰਦ ਸਰੂਪ ਹੈ। ਇੱਕ ਪੰਕਤੀ ਦੇ ਵਿੱਚ ਰਾਮ ਦੀ ਵਿਆਖਿਆ ਇੰਜ ਕਰਦੇ ਨੇ, ਪਰਮਾਦ ਪੁਰਖ ਮਨੋਪਿਮੰ ਸਤ ਆਦਿ ਭਾਵ ਰਤਨ ਪਰਮ ਅਦਭੁਤਨ। ਪਰਮ ਅਦਭੁਤ ਰੂਪ ਹੈ, ਪਰਮ ਆਸ਼ਚਰਜ ਰੂਪ ਹੈ। ਮਨੁੱਖ ਉੱਥੇ ਆਸ਼ਚਰਜ ਹੋ ਜਾਂਦਾ ਹੈ, ਹੈਰਾਨ ਹੋ ਜਾਂਦਾ ਹੈ, ਬਿਸਮਾਦ ਹੋ ਜਾਂਦਾ ਹੈ। ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ, ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ, ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ, ਫਿਰ ਵੀ ਉਹ ਬਚ ਰਿਹਾ। ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ, ਉੱਥੇ ਬਿਸਮਾਦ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ। ਉੱਥੇ ਆਸ਼ਚਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ। ਕਹਿੰਦੇ ਨੇ ਇੱਕ ਬੱਚਾ ਰਹਿਸ ਦੇ 'ਚ ਜੀਉਂਦਾ ਹੈ, ਇੱਕ ਕਵੀ ਰਹਿਸ ਦੇ 'ਚ ਜੀਉਂਦਾ ਹੈ, ਇੱਕ ਸੰਤ ਰਹਿਸ ਦੇ 'ਚ ਜੀਉਂਦਾ ਹੈ। ਅਜੋਕਾ ਸਮਾਂ ਚੂੰਕਿ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ, ਚਾਹੇ ਕੁਝ ਵੀ ਨਹੀਂ ਜਾਣਦਾ। ਮੈਂ ਤੇ ਸਭ ਕੁਝ ਵੇਖ ਲਿਆ, ਮੈਂ ਤੇ ਸਾਰਾ ਸੁਣ ਲਿਆ, ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ। ਅਗਰ ਐਸਾ ਕੋਈ ਦਾਵਾ ਕਰੇ ਤਾਂ ਆਸ਼ਚਰਜਤਾ ਨਹੀਂ ਪੈਦਾ ਹੁੰਦੀ, ਰਹਿਸ ਨਹੀਂ ਪੈਦਾ ਹੁੰਦਾ, ਬਿਸਮਾਦ ਨਹੀਂ ਪੈਦਾ ਹੁੰਦਾ। ਤੇ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਨੇ। ਕਿਉਂਕਿ ਅੱਜ ਦੇ ਸਮੇਂ 'ਚ ਜਿਤਨੇ ਕਾਲਜ ਨੇ, ਜਿਤਨੇ ਵਿਦਿਆਲੇ ਨੇ, ਇਹ ਪਹਿਲੇ ਨਹੀਂ ਸੀ। ਅਜੋਕੀ ਵਿਦਿਆ ਨੇ ਭਾਵੇਂ ਕੁਝ ਦਿੱਤਾ ਹੈ ਜਾਂ ਨਹੀਂ, ਲੇਕਿਨ ਰਹਿਸ ਨੂੰ ਖਤਮ ਜ਼ਰੂਰ ਕੀਤਾ ਹੈ, ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਹੈ। ਮਨੁੱਖ ਦੀ ਦੁਨੀਆ ਵਿੱਚ ਜੋ ਇੱਕ ਵਿਸਮਾਦ ਸੀ, ਰਹਿਸ ਸੀ, ਉਹ ਖਤਮ ਹੋ ਗਈ। ਉਹ ਅੱਜ ਦੇਖਣ ਨੂੰ ਨਹੀਂ ਮਿਲਦਾ। ਹਾਂ, ਬੱਚੇ ਕੋਲ ਇਹ ਬਿਸਮਾਦ ਹੈ, ਅਜੇ ਅਬੋਧ ਹੈ। ਉਸ ਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ, ਅਚੇਤ ਅਵਸਥਾ ਤੇ ਖੜਾ ਹੈ। ਫਿਰ ਕਵੀ ਕੋਲ ਬਿਸਮਾਦ ਹੈ, ਜਾਂ ਇੰਝ ਕਹਿ ਲਓ ਕਵਿਤਾ ਦਾ ਜਨਮ ਹੀ ਬਿਸਮਾਦ ਤੋਂ ਹੁੰਦਾ ਹੈ, ਕਵਿਤਾ ਦਾ ਜਨਮ ਹੀ ਰਹਿਸ ਤੋਂ ਹੁੰਦਾ ਹੈ। ਤੋ ਕਵੀ ਰਹਿਸਵਾਦੀ ਹੁੰਦੇ ਨੇ, ਸੰਤ ਰਹਿਸਵਾਦੀ ਹੁੰਦੇ ਨੇ। ਉਹ ਜੋ ਕੁਝ ਵੀ ਵੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਔਖਾ ਹੈ, ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ, ਬਹੁਤ ਕੁਝ ਛੁਪਾਈ ਬੈਠਾ ਹੈ। ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ, ਪਰ ਇੱਕ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ। ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ, ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ। ਉਹਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ, ਬਹੁਤ ਕੁਝ ਗੁਪਤ ਹੈ, ਬਹੁਤ ਕੁਝ ਸੂਖਸ਼ਮ ਹੈ। ਤੋ ਜੈਸੇ ਇਹ ਬੋਧ ਹੁੰਦਾ ਹੈ ਕਿ ਬਹੁਤ ਕੁਝ ਸੂਖਸ਼ਮ ਛੁਪਿਆ ਹੋਇਆ ਹੈ ਜੋ ਮੈਂ ਨਹੀਂ ਦੇਖ ਸਕਦਾ, ਬਹੁਤ ਕੁਝ ਅਦ੍ਰਿਸ਼ ਹੈ, तो रहस पैदा हो जाता है। फिर बिस्माद मंडल तारी हो जाता है। तो कवि बिस्माद दिच जीवते ने, संत बिस्माद दिच जीवते ने। भगत जयदेव जी महाराज कहते ने परम अद्भुतन ओ परिपूर्ण परमात्मा परम आश्चर्य रूप है। परकृत परन ओ प्रकृति तो परे। कहते ने राविंद्र नाथ टैगोर सागर तो इशनान करके वापस आ रहे ने। रस्ते दे एक गंदगी दा ढेर पिया। सवेर दा वक्त है। सूरज दियां किरणां उस गंदगी दे ढेर नूं छू रही ने। ये सारा दृश्य वेख के राविंद्र नाथ टैगोर नच उठे। कहने लगे, हे प्रभु, तेरी आश्चर्यता जो मेरे ते अज प्रगट हुई है वो ये कि मैं तेरी निर्लेपता दा ज्ञान हासिल कर लिया। सूरज दियां किरणां गंदगी नूं छू रही ने, फिर भी किरणां गंदियां नहीं हो रही, फिर भी सूरज गंदा नहीं हो रहा।
ਤੂੰ ਮੇਰੇ ਗੰਦੇ ਸਰੀਰ ਦੇ ਰੋਮ ਰੋਮ ਵਿੱਚ ਬੈਠਾ ਹੈ, ਫਿਰ ਵੀ ਤੂੰ ਗੰਦਾ ਨਹੀਂ ਹੈ, ਤੂੰ ਨਿਰਲੇਪ ਹੈ, ਪ੍ਰਕਿਰਤੀ ਤੋਂ ਪਰੇ ਹੈ, ਸਭ ਕੁਝ ਤੇ ਵਿੱਚ ਹੈ, ਸਭ ਕੁਝ ਤੇ ਦੂਰ ਹੈ, ਸਭ ਕੇ ਮਤ ਸਭੋਂ ਤੇ ਬਾਹਰ, ਸਾਰਿਆਂ ਦੇ ਚ ਤੂੰ ਹੈ, ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ, ਨਿਰਲੇਪ ਹੈ। ਤੋ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਦ ਭੁਤਨ ਪਰਕ੍ਰਿਤ ਭਰਨ, ਜਦ ਚਿੰਤ ਸਰਬ ਗਤਨ। ਜਿਸ ਦਾ ਚਿੰਤਨ ਕਰਨ ਦੇ ਨਾਲ ਸਰਬ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਹੈ, ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ, ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ। ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ, ਪ੍ਰਮਾਦ ਪੁਰਖ ਮਨੋਪਿਮੰ ਸਤ ਆਦੇ ਭਾਵ ਰਤਨ, ਪਰਮਦ ਭੁਤਨ ਪਰਕ੍ਰਿਤ ਪਰਨ, ਜਦ ਚਿੰਤ ਸਰਬ ਗਤਨ। ਕੇਵਲ ਰਾਮ ਨਾਮ ਮਨੋਰਮੰ, ਬਦ ਅੰਮ੍ਰਿਤ ਤਤਮਯਨ। ਐਸਾ ਜੋ ਅੰਮ੍ਰਿਤਮਈ ਰਾਮ ਹੈ, ਪ੍ਰਮਾਤਮਾ ਦਾ ਨਾਮ ਹੈ, ਉਸ ਨੂੰ ਤੂੰ ਪਾਨ ਕਰ, ਉਸ ਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੂੰ ਆਨੰਦ ਮਾਣ। ਅਗਾਂਹ ਚੱਲ ਕੇ ਇਸੇ ਪਦ ਦੇ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਦਨੋਦ ਜਸ ਸਿਮਰਨੈਨ, ਨਾ ਜਨਮ ਜਰਾਦ ਮਰਨ ਭਯੰ। ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁੱਖ, ਮਰਨ ਦਾ ਦੁੱਖ ਤੇ ਬੁਢੇਪੇ ਦਾ ਦੁੱਖ। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਇਹ ਤਿੰਨ ਦੁੱਖ ਬੜੇ ਪ੍ਰਬਲ ਮਨੇ ਨੇ, ਜਨਮ ਦਾ ਦੁੱਖ, ਮਰਨ ਦਾ ਦੁੱਖ ਤੇ ਬ੍ਰਿਧ ਅਵਸਥਾ ਦਾ ਦੁੱਖ। ਭਗਤ ਕਬੀਰ ਵੀ ਇਸ ਨੂੰ ਮੰਨਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸਈ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਬੁੱਢੇ ਕੋਲ ਤਨ ਤੇ ਹੈ ਪਰ ਕੁਝ ਕਰ ਨਹੀਂ ਸਕਦਾ, ਦਿਮਾਗ ਹੈ ਪੂਰਨ ਤੌਰ ਤੇ ਸੋਚ ਨਹੀਂ ਸਕਦਾ, ਹੱਥ ਪੈਰ ਹੈਗੇ ਨੇ ਪੂਰਨ ਤੌਰ ਤੇ ਕੁਝ ਕਰ ਨਹੀਂ ਸਕਦੇ, ਚੱਲ ਨਹੀਂ ਸਕਦੇ। ਇਸ ਵਾਸਤੇ ਬ੍ਰਿਧ ਅਵਸਥਾ ਨੂੰ, ਪੂਰਨ ਬ੍ਰਿਧ ਅਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖਿਆ। ਤੋ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ, ਜਿਹਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ, ਮਰਨ ਦਾ ਦੁੱਖ, ਕਿਉਂਕਿ ਮੁੜ ਕੇ ਜੰਮਣਾ ਨਹੀਂ ਤੇ ਫਿਰ ਮਰਨਾ ਹੀ ਨਹੀਂ, ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਰੋਗ ਸੋਗ ਦੁੱਖ ਜਰਾ ਮਰਾ, ਹਰ ਜਨੇ ਨਹੀਂ ਨਿਕਟਾਨੀ। ਹਰੀ ਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਮ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦੇ। ਇੱਥੇ ਇੱਕ ਤਰਕ ਖੜੀ ਹੋਵੇਗੀ, ਚਲੋ ਜਨਮ ਮਰਨ ਤੋਂ ਭਗਤ ਬਚ ਜਾਂਦਾ ਹੈ, ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ? ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ, ਗੁਰਮੁਖ ਕਦੇ ਬੁੱਢੇ ਨਾਈ, ਜਿਨ ਅੰਤਰ ਸੁਰਤ ਗਿਆਨ। ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ, ਜਿੱਥੇ ਆਤਮ ਗਿਆਨ ਮੌਜੂਦ ਹੈ, ਐਸਾ ਬੰਦਾ ਚਾਹੇ ਸਰੀਰਕ ਤਲ ਤੇ ਬ੍ਰਿਧ ਵੀ ਹੋ ਜਾਏ, ਪਰ ਉਹਦੀਆਂ ਉਮੰਗਾਂ ਹੁਲਾਸ ਦੇ ਚ ਕੋਈ ਫਰਕ ਨਹੀਂ ਪੈਂਦਾ, ਉਹਦੀ ਚੇਤੇ ਸ਼ਕਤੀ ਦੇ ਚ ਕੋਈ ਫਰਕ ਨਹੀਂ ਪੈਂਦਾ। ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਹੈ, ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਹੈ। ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ, ਇਹ ਬ੍ਰਿਧ ਹੋ ਗਿਆ, ਇਹ ਕਮਜ਼ੋਰ ਹੋ ਗਿਆ। ਨਹੀਂ, ਉਸਦਾ ਹੁਲਾਸ, ਉਸਦੀ ਉਮੰਗ, ਉਸਦੀ ਤੁਰੰਗ ਔਰ ਉਸਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕੰਮ ਕਰਦੀ ਹੈ। ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ। ਇਸ ਵਾਸਤੇ ਆਤਮਦਰਸ਼ੀ ਪੁਰਸ਼ਾਂ ਨੇ ਕਿਹਾ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ। ਰੋਗ ਸੋਗ ਦੁੱਖ ਜਰਾ ਮਰਾ, ਹਰ ਜਨੇ ਨਹੀਂ ਨਿਕਟਾਨੀ। ਸ਼੍ਰੀ ਜੈਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਪਦੇ ਦੇ ਵਿੱਚ ਫਰਮਾਨ ਕਰਦੇ ਨੇ, ਨਦਨੋਦ ਜਸ ਸਿਮਰੈਨ, ਨਾ ਜਨਮ ਜਰਾਦ ਮਰਨ ਭਯੰ। ਇੱਛਸ ਜਮਾਦ ਪਰਾ ਭਯੰ, ਜਸਵਸ ਸੁਕ੍ਰਿਤ ਕ੍ਰਿਤਨ। ਜੇ ਤੈਨੂੰ ਇੱਛਾ ਹੈ ਐ ਬੰਦੇ ਕਿ ਤੂੰ ਜਮਾਂ ਦਾ ਤਿਸਕਾਰ ਕਰੇ, ਜਨਮ ਮਰਨ ਤੋਂ ਬਚੇ, ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ। ਜਸਵਸ ਸੁਕ੍ਰਿਤ ਕ੍ਰਿਤਨ, ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ। ਭਾਵ ਪ੍ਰਮਾਤਮਾ ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ, ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ। ਇਸ ਨੂੰ ਤੂੰ ਕਰਨਾ। ਇਸੇ ਇੱਕ ਸ਼ੁਭ ਕਰਮ ਤੋਂ ਅਨੇਕਾਂ ਸ਼ੁਭ ਕਰਮ ਜਨਮ ਲੈਂਦੇ ਨੇ। ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੁਭ ਨਹੀਂ ਹੈ। ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ ਤਾਂ ਸ਼ੁਭ ਪਰਮਾਤਮਾ ਹੈ, ਸ਼ੁਭ ਈਸ਼ਵਰ ਹੈ। ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ
तो हिरदा शुभ हो जाता है, ते जैसे हिरदा शुभ होता है ऐसे ही मनुख शुभ चिंतक बन जाता है। वो हर एक दी शुभ कामना करता है, वो हर एक दा शुभ चिंतक बनता है। पर शुभ होए बिना शुभ चिंतक होना बहुत कठिन है। शुभ होए बिना शुभ कामना करनी बहुत औखी है। कामना मैलियां होणगियां और चिंतन जो है माड़ा ही जो है चलेगा। तो परिपूर्ण परमात्मा दा कल्याणकारी नाम, उसका जो शुभ कर्म है, उसका चिंतन ओ तू कर। इच्छस जमाद प्राभयं जस्वस सुकृत कृतं भवभूत भाव समभ्यं प्रसन्न परमन प्रसन्न मिदन। श्री जयदेव जी महाराज कहते ने जो त्रैकालदर्शी है और एक सार परिपूर्ण जो रमया होया है, व्यापक है, भवभूत भाव समभ्यं, जो हुण भी है पहले भी सी अगां भी जो है होवेगा, जो हर समय मौजूद है, त्रैकालदर्शी है, भवभूत भाव समभ्यं परमन प्रसन्न मिदन, जो अत्यंत प्रसन्न चित्त है, जो अत्यंत परम आनंद दे चलीन है। तो उसका ही कल्याणकारी जस उच्चारण कर। यही शुभ कर्म है, यही शुभ चिंतन है। अगां चल के श्री जयदेव जी महाराज फरमान करते ने, हर भगत निज नह केवला रिद कर्मणा बचसा। हरि दा भगत मन बाणी शरीर करके प्रभु नाल जुड़े होया है। ऐसा जो हरि दा भगत है, हर भगत निज नह केवला रिद कर्मणा बचसा। जोगेन किंग जगेन किंग दानेन किंग तपसा। ऐसा जो भगत है, जो मन करके शरीर करके बाणी करके प्रभु विच लीन है, ओदे सामने जग तुच्छ है, जोग साधना भी तुच्छ है। और ऐसे भगत दे सामने दान भी कोई मायने नहीं रखता। भाव दानी तो भी वो भगत उच्चा है, जोगी तो भी ऐसा भगत उच्चा है, और जग करने वाले तो भी ऐसा भगत उच्चा है। गुरु ग्रंथ साहब जी महाराज की बाणी मन दी है कि इन्हां सारे कर्म कांडां तो भगत की जिंदगी उच्ची है। जोग जग लै फल तुम मानो, जो प्रभ जस बिरसरावे। जिथे भगत पहुंचे है उथे जोग जग की पहुंच नहीं है, दान की पहुंच नहीं है। ये सब कुछ तो उच्चा जीवदा है भगत। हर भगत निज नह केवला रिद कर्मणा बचसा। जोगेन किंग जगेन किंग दानेन किंग तपसा। इस पदे दे अखीर दे आप कहते ने, गोबिंद गोबिंदेत जप नर सकल सिद्ध पदन। जयदेव आयो तस्सु फटंग भवभूत सर्वगतं। गोबिंद गोबिंदा ऐ मनुख जाप कर, और इस तरह जाप करदियां ही तैनू सारी गतियां दी प्राप्ति होवेगी, तैनू सब कुछ दी प्राप्ति होवेगी। गोबिंद दे चिंतन दे च ही संसार दे सुख ने, परमारथ दे सुख ने, गोबिंद दे सिमरन दे च ही लोक सवर जांदा है, पर लोक सुहेला हो जाता है।